ਮੇਰੀ ਆਵਾਜ਼ ਵਿੱਚ ਤੁਸੀਂ ਸੁਣੋਗੇ ਅਗਲੀ ਪੁਸਤਕ ਸੂਬੇਦਾਰ ਸ਼ਿਵ ਸਿੰਘ ਦੀ ਰਚਨਾ ਸਾਡਾ ਸੱਭਿਆਚਾਰਕ ਵਿਰਸਾ ਨਹੀਂ ਲੱਭਣੇ ਰੰਗ ਗੁਆਚੇ। ਵੇਖਦਿਆਂ ਸਾਡੇ ਹੰਸ ਉੱਡ ਗਏ। ਪੰਜਾਬ ਦੇ ਸਿਆਣਿਆਂ ਦਾ ਕਥਨ ਹੈ ਕਿ ਸਮਾਂ ਕਦੇ ਵੀ ਕਿਸੇ ਵੀ ਹਾਲਤ ਵਿੱਚ ਪਿਛਾਂਹ ਨਹੀਂ ਮੁੜਦਾ। ਲੰਘੇ ਵੇਲਿਆਂ ਤੇ ਪਿਛਲ ਝਾਤ ਪਾ ਕੇ ਮਨੁੱਖ ਆਉਣ ਵਾਲੇ ਸਮੇਂ ਲਈ ਸਬਕ ਜ਼ਰੂਰ ਸਿੱਖ ਸਕਦਾ ਹੈ। ਸੂਝਵਾਨਾਂ ਵਿਦਵਾਨਾਂ ਨੇ ਸ਼ਾਇਦ ਇਸੇ ਕਾਰਨ ਇਤਿਹਾਸ ਦੇ ਵਿਸ਼ੇ ਨੂੰ ਖਾਸ ਅਹਿਮੀਅਤ ਦੇ ਕੇ ਵਿਦਿਆ ਵਿੱਚ ਸ਼ਾਮਲ ਕੀਤਾ ਹੋਵੇ। ਬੀਤੇ ਸਮਿਆਂ ਦੀਆਂ ਚੰਗੀਆਂ ਮਾੜੀਆਂ ਘਟਨਾਵਾਂ ਦੀ ਪੁਨਛਾਣ ਕਰਕੇ ਭਵਿੱਖੀ ਜੀਵਨ ਸਭ ਲਈ ਸੁਖਦਾਇਕ ਬਣਾਉਣ ਦਾ ਉਪਰਾਲਾ ਹੁੰਦੀ ਹੈ। ਇਤਿਹਾਸ ਦੀ ਪੜ੍ਹਾਈ ਅੱਗੋਂ ਇਤਿਹਾਸ ਦੀਆਂ ਵੀ ਕਈ ਪਰਤਾਂ ਨੇ। ਰਾਜਿਆਂ ਮਹਾਰਾਜਿਆਂ ਦੀਆਂ ਜੰਗਾਂ ਯੁੱਧਾਂ ਵਿੱਚ ਹੋਈਆਂ ਹਾਰਾਂ ਜਿੱਤਾਂ ਦੀਆਂ ਦਾਸਤਾਨਾਂ ਦੇ ਵਰਣਨ ਵਾਲਾ ਅਤੇ ਦੇਸ਼ ਭਗਤੀ ਤੇ ਗਾਦਾਰੀਆਂ ਸੰਬੰਧੀ ਹੋਈਆਂ ਘਟਨਾਵਾਂ ਦੇ ਜ਼ਿਕਰ ਵਾਲਾ। ਧਰਮਾਂ ਮਜ਼ਹਬਾਂ ਦੇ ਨਾਂ ਹੇਠ ਹੋਈ ਕਤਲੋਗਾਰਤ ਤੇ ਅੰਧ ਵਿਸ਼ਵਾਸੀ ਜਨੂਨੀ ਮਿਥਿਹਾਸਿਕ ਨਫ਼ਰਤਾਂ ਭਰਪੂਰ ਇਤਿਹਾਸ ਜਿਸ ਨੇ ਰੱਬ ਦੇ ਨਾਂ ਤੇ ਸਦਾ ਹੀ ਮਨੁੱਖਤਾ ਦਾ ਕਾਣ ਕੀਤਾ ਹੈ। ਅਦਬ ਅਥਵਾ ਸਾਹਿਤ ਦੀ ਹਰ ਜ਼ੁਬਾਨ ਦਾ ਵੀ ਆਪਣਾ ਵੱਖਰਾ ਇਤਿਹਾਸ ਹੁੰਦਾ ਹੈ। ਸਮੁੱਚੇ ਅਰਥਚਾਰੀ ਕੰਮਾਂ ਧੰਦਿਆਂ ਤੇ ਵਰਤੋਂ ਵਿਹਾਰ ਵਿੱਚ ਆਉਂਦੇ ਰਹੇ ਸੰਦਾਂ ਵਲੇਮਿਆਂ ਦਾ ਬਦਲਵਾਂ ਰੰਗ ਰੂਪ ਸਮਾਂ ਬੀਤਣ ਨਾਲ ਇਤਿਹਾਸ ਬਣ ਜਾਂਦਾ ਹੈ। ਇਹਨਾਂ ਸਾਰਿਆਂ ਤੋਂ ਵੱਖ ਸਮੁੱਚੇ ਮਨੁੱਖੀ ਸਮਾਜ ਦਾ ਵਿਲੱਖਣ ਇਤਿਹਾਸ ਮਾਨਵੀ ਵਿਰਾਸਤ ਅਖਵਾਉਂਦਾ ਹੈ। ਹਰ ਦੇਸ਼ ਕੌਮ ਤੇ ਖਿੱਤੇ ਦੇ ਆਪਣੇ ਵਿਰਾਸਤੀ ਇਤਿਹਾਸ ਦੀ ਆਪੋ ਆਪਣੀ ਅਲੱਗਾ ਪਛਾਣ ਹੁੰਦੀ ਹੈ। ਇਸ ਵਿੱਚ ਖੇਤਰ ਦੇ ਵਸਨੀਕਾਂ ਦੀ ਆਪਣੀ ਨਿਵੇਕਲੀ ਜੀਵਨ ਸ਼ੈਲੀ ਬੋਲੀ ਤੇ ਰਸਮ ਰਿਵਾਜ ਆ ਜਾਂਦੇ ਨੇ। ਇਸ ਵੰਨ-ਸੁਵੰਨਤਾ ਕਾਰਨ ਹੀ ਮਨੁੱਖੀ ਸਮਾਜ ਵਿਕਸਿਤ ਹੋ ਕੇ ਅੱਗੇ ਵੱਧਦਾ ਹੈ। ਇਸ ਪਿਛੋਕੜ ਨੂੰ ਸਮਝਣਾ ਲਾਜ਼ਮੀ ਹੁੰਦਾ ਹੈ। ਬਦਲਦੇ ਵਕਤ ਅਨੁਸਾਰ ਇਹਦੇ ਵਿੱਚ ਬਦਲਾਅ ਆਉਂਦੇ ਰਹਿੰਦੇ ਨੇ। ਪੁਰਾਣੇ ਪੱਤਿਆਂ ਨੇ ਔਧ ਪਕਾ ਕੇ ਝੜਨਾ ਤੇ ਨਵਿਆਂ ਨੇ ਪੁਗਰਨਾ ਹੁੰਦਾ ਹੈ। ਕੁਦਰਤ ਦਾ ਇਹ ਅਟਲ ਦਸਤੂਰ ਕਿਸੇ ਦੀ ਵੀ ਪਕੜ ਵਿੱਚ ਆਉਣਾ ਅਸੰਭਵ ਹੈ। ਸੂਬੇਦਾਰ ਸ਼ਿਵ ਸਿੰਘ ਨੇ ਆਪਣੀਆਂ ਲਿਖਤਾਂ ਵਿੱਚ ਸਦਾ ਹੀ ਲੋਕਾਂ ਦੇ ਅੰਗ ਸੰਗ ਰਹਿੰਦਿਆਂ ਇਸ ਬਦਲਾਅ ਨੂੰ ਸਮਝਣ ਦੇ ਗੰਭੀਰ ਯਤਨ ਆਰੰਭੇ ਹੋਏ ਨੇ। ਸੂਬੇਦਾਰ ਸ਼ਿਵ ਸਿੰਘ ਭਰੀ ਪੂਰੀ ਜ਼ਿੰਦਗੀ ਦੇ ਤਕਰੀਬਨ 90 ਹਾੜ ਸਿਆਲ ਹੰਢਾ ਚੁੱਕੇ ਨੇ। ਇਸ ਅਜੀਮ ਹਸਤੀ ਦਾ ਅਦਬੀ ਸਫ਼ਰ ਅੱਜ ਤੋਂ ਕਈ ਦਹਾਕੇ ਪਹਿਲਾਂ ਸ਼ੁਰੂ ਹੋਇਆ। ਅੰਗਰੇਜ਼ੀ ਰਾਜ ਸਮੇਂ ਜਨਮੇ ਪੰਜਾਬ ਦੀ ਧਰਤੀ ਤੇ ਵਾਪਰੇ 1947 ਵਾਲੇ ਕਹਿਰ ਦੇ ਚਸ਼ਮਦੀਦ ਗਵਾਹ ਸ਼ਿਵ ਸਿੰਘ ਦਾ ਗਬਰੀਜ ਮਨ ਇਸ ਜੱਗੋਂ 13ਵੀਂ ਘਟਨਾ ਕਾਰਨ ਬੁਰੀ ਤਰ੍ਹਾਂ ਵਲੂੰਦਰਿਆ ਗਿਆ। ਉਪਰੰਤ ਫੌਜੀ ਨੌਕਰੀ ਦੌਰਾਨ ਚੀਨ ਅਤੇ ਪਾਕਿਸਤਾਨ ਨਾਲ ਹੋਈਆਂ ਜੰਗੀ ਝੜਪਾਂ ਨੇ ਆਪਣਾ ਅਸਰ ਇਹਨਾਂ ਦੀ ਸੋਚ ਉੱਤੇ ਛੱਡਿਆ। ਨਵੀਂ ਆਈ ਆਜ਼ਾਦੀ ਪੰਜਾਬ ਵਿੱਚ ਝੁੱਲੀ ਹਰੇ ਇਨਕਲਾਬ ਦੀ ਨੇਰੀ ਤੇ ਅਖੌਤੀ ਵਿਕਾਸ ਦੇ ਦੌਰ ਨੇ ਸ਼ਿਵ ਨੂੰ ਸੰਜੀਦਾ ਸੋਚਵਾਨ ਤੇ ਖੋਜੀ ਬਣਨ ਵਿੱਚ ਇਮਦਾਦ ਕੀਤੀ। ਆਪਣੇ ਸੁਭਾਅ ਮੁਤਾਬਕ ਇਹ ਸ਼ੁਰੂ ਤੋਂ ਹੀ ਸਮੇਂ ਦੇ ਪਾਬੰਦ ਜ਼ਬਤ ਅਨੁਸ਼ਾਸਨ ਵਿੱਚ ਬੱਝੇ ਹੋਏ ਪਰਿਵਾਰਕ ਜ਼ਿੰਮੇਵਾਰੀਆਂ ਬਾਖੂਬੀ ਨਿਭਾਉਂਦੇ ਰਹੇ। ਸਾਹਿਤ ਇਤਿਹਾਸ ਸੱਭਿਆਚਾਰ ਤੇ ਵਿਰਾਸਤ ਦੀ ਖੋਜ ਵੱਲ ਇਹਨਾਂ ਦਾ ਧਿਆਨ ਮੁੱਢ ਤੋਂ ਹੀ ਸੀ। ਫੌਜੀ ਨੌਕਰੀ ਪਿੱਛੋਂ ਦੋਨੇ ਦੇ ਆਪਣੇ ਪੁਸ਼ਤੈਨੀ ਪਿੰਡ ਆਉਣ ਤੇ ਇਹਨਾਂ ਦਾ ਸਬੰਧ ਸਿਰਮੌਰ ਸਾਹਿਤਕ ਸੰਸਥਾ ਸਿਰਜਣਾ ਕੇਂਦਰ ਕਪੂਰਥਲਾ ਨਾਲ ਨੇੜਿਓਂ ਜੁੜ ਗਿਆ। ਇਹ ਜੁੜਤ ਕਾਰਨ ਸੰਜੀਦਾ ਪਾਠਕ ਤੇ ਸੂਝਵਾਨ ਸਰੋਤ ਦਾ ਕਿਰਦਾਰ ਨਿਭਾਉਂਦੇ ਅਸਲੀ ਹੀ ਅੱਡਰੀ ਕਿਸਮ ਦੇ ਵਿਰਾਸਤੀ ਖੋਜਕਾਰ ਤੇ ਲਿਖਾਰੀ ਬਣ ਕੇ ਉੱਭਰੇ। ਸੂਬੇਦਾਰ ਸਾਹਿਬ ਨੇ ਆਪਣਾ ਸਾਹਿਤਕ ਸਫ਼ਰ ਤਿੜਕੀ ਧਰਤੀ ਪਾਟਿਆ ਅੰਬਰ ਦੇ ਨਾਲ ਸ਼ੁਰੂ ਕੀਤਾ। ਫਿਰ ਉਹਨਾਂ ਕੁੱਲ ਆਲਮ ਦੇ ਸਿਆਣਿਆਂ ਦੇ ਵਿਚਾਰਾਂ ਨੂੰ ਬਗੈਰ ਕਿਸੇ ਆਪਣੇ ਓਪਰੇ ਤੋਂ ਇੱਕ ਥਾਂ ਛਾਪ ਕੇ ਅਨਮੋਲ ਬਚਨ ਨਾਂ ਦੀ ਲਿਖਤ ਨੂੰ ਚੌਂਕੂਟਾ ਤੀਕ ਚਮਕਾ ਦਿੱਤਾ। ਅਨੂਠੀਆਂ ਯਾਦਾਂ ਵਿੱਚ ਹੱਡ ਬੀਤੀਆਂ ਜੱਗ ਬੀਤੀਆਂ ਨੇ ਪਾਠਕਾਂ ਨੂੰ ਸ਼ਿਵ ਸਿੰਘ ਦੇ ਸਮੁੱਚੇ ਜੀਵਨ ਤੇ ਘੋਖਵੀਂ ਝਾਤ ਪਾਉਣ ਦਾ ਮੌਕਾ ਪ੍ਰਦਾਨ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਦੁਆਬੇ ਦੇ ਦਿਲ ਦੋਨੇ ਦੇ ਮੋਠ ਬਾਜਰੇ ਦੀ ਜੂ ਦੋਨਾਂ ਦੇ ਸਿਰਲੇਖ ਵਾਲੀ ਪੁਸਤਕ ਆਪਣੇ ਪਾਠਕਾਂ ਨੂੰ ਦਿੱਤੀ। ਭਾਵੇਂ ਦੋਨੇ ਵਿੱਚ ਅੱਜ ਕੱਲ੍ਹ ਨਾ ਬਾਜਰਾ ਹੈ ਨਾ ਮੋਠ ਤੇ ਨਾ ਹੀ ਪਹਾੜਾਂ ਵਰਗੇ ਟਿੱਬੇ, ਪਰ ਇਸੇ ਵਿਰਾਸਤ ਦਾ ਨਿਸਾਰ ਹੈ ਸੂਬੇਦਾਰ ਸ਼ਿਵ ਸਿੰਘ ਪਿੰਡ ਕਾਲਮਾ ਤੋਂ ਨਾਮੁਖੀ ਦੋਨਾਂ ਪੰਜਾਬੀ ਸੱਥ ਦੀ ਕਲਮਕਾਰੀ ਨਹੀਂ ਲੱਭਣੇ ਰੰਗ ਗੁਆਚੇ। ਇਹ ਸ਼ਿਵ ਸਿੰਘ ਦੀ 5ਵੀਂ ਪੁਸਤਕ ਹੈ। ਇੱਥੋਂ ਤੀਕ ਪੁੱਜਦਿਆਂ ਇਹਨਾਂ ਦੀਆਂ ਲਿਖਤਾਂ ਨੇ ਵਿਰਾਸਤ ਬਾਬਤ ਖੋਜਕਾਰੀ ਦਾ ਸਿੱਕਾ ਤੇ ਪਹਿਲੋਂ ਹੀ ਬਣਵਾ ਲਿਆ ਹੈ। ਇਸ ਪੁਸਤਕ ਦੇ 10 ਅਧਿਆਏ ਸਾਡੇ ਸਮਾਜਿਕ ਜੀਵਨ ਦੇ ਵੱਖ-ਵੱਖ ਪਹਿਲੂਆਂ ਦੀ ਡੂੰਘਾਈ ਨਾਲ ਛਾਣਬੀਨ ਕਰਦੇ ਨੇ। ਇਹ ਸਾਨੂੰ ਉਹਨਾਂ ਸਾਰਿਆਂ ਰੰਗਾਂ ਦੇ ਰੂਬਰੂ ਕਰਦੇ ਨੇ। ਸਾਡੇ ਵੇਖਦਿਆਂ ਹੀ ਅੱਖਾਂ ਤੋਂ ਜੋਲੇ ਹੋ ਗਏ ਨੇ। ਖੇਤੀਬਾੜੀ ਤੇ ਕਿਰਸਾਨੀ ਦੇ ਤੌਰ ਤਰੀਕੇ ਅਲੋਪ ਹੋਣ ਦੀ ਕਾਗਾਰ ਤੇ ਪੁੱਜ ਗਏ ਨੇ। ਪੰਜਾਬ ਦੇ ਵਸਨੀਕਾਂ ਦਾ ਰੁਝਾਨ ਹੁਣ ਹੋਰ ਦੇਸ਼ਾਂ ਦੀਆਂ ਧਰਤੀਆਂ ਤੇ ਹੋਰ ਕੰਮਾਂ ਧੰਦਿਆਂ ਵੱਲ ਹੋਣ ਕਾਰਨ ਹੱਥੀਂ ਕੰਮ ਕਰਨ ਨੂੰ ਹਕਾਰਤ ਦੀ ਨਜ਼ਰ ਨਾਲ ਵੇਖਿਆ ਜਾਣ ਲੱਗਾ।
ਸਿੰਜਾਈ ਜਾਂ ਆਬ ਭਾਸ਼ੀ ਦਾ ਚਿਹਰਾ ਮੋਹਰਾ ਬਦਲਦਾ ਬਦਲਦਾ ਅੱਜ ਮਿੱਠੇ ਪਾਣੀਆਂ ਦੀ ਧਰਤੀ ਦਾ ਮੂੰਹ ਚੜਾ ਰਿਹਾ ਜਾਪਦਾ ਹੈ। ਫਸਲਾਂ ਦੀ ਤੇ ਰੁੱਖ ਬੂਟਿਆਂ ਦੀ ਗੱਲ ਤੇ ਛੱਡੋ, ਹੁਣ ਤੇ ਪੀਣ ਵਾਲਾ ਸ਼ੁੱਧ ਪਾਣੀ ਲੱਭਣਾ ਵੀ ਮੁਹਾਲ ਹੋ ਗਿਆ। ਘੱਗਰੇ, ਫੁਲਕਾਰੀਆਂ, ਸਲਵਾਰਾਂ, ਚੁੰਨੀਆਂ ਤੇ ਕੁੜਤੇ ਚਾਦਰੇ ਤੇ ਪੱਗਾਂ ਸਾਡੇ ਲਿਬਾਸ ਵਿੱਚੋਂ ਗਾਇਬ ਹੋ ਕੇ ਟੀਵੀ ਦੇ ਡੱਬਿਆਂ, ਸਿਨੇਮੇ ਦੇ ਪਰਦਿਆਂ ਤੇ ਸਕੂਲਾਂ ਕਾਲਜਾਂ ਦੀਆਂ ਸਟੇਜਾਂ ਦੇ ਕੈਦੀ ਬਣ ਚੁੱਕੇ ਨੇ। ਸੱਭਿਆਚਾਰ ਦੇ ਨਾਂ ਤੇ ਦੁਰਾਚਾਰ ਪਰੋਸਿਆ ਜਾ ਰਿਹਾ ਹੈ। ਰਿਹਾਇਸ਼ੀ ਮਕਾਨ, ਆਵਾਜਾਈ ਦੇ ਸਾਧਨ, ਸਾਗ ਸਕੀਰੀਆਂ, ਮਿੱਤਰਤਾ, ਤਾਈ ਦੋਸਤੀਆਂ ਕੁਝ ਵੀ ਮੰਨਣ ਵਾਲਾ ਨਹੀਂ ਰਿਹਾ। ਸਮੁੱਚਾ ਜੀਵਨ ਵਪਾਰੀਆਂ ਦੇ ਢਹਿ ਚੜ੍ਹ ਜਾਣ ਕਾਰਨ ਵਜ਼ਾਰੂ ਤੇ ਜਾਨ ਦਾ ਖੋਹ ਬਣ ਚੁੱਕਿਆ ਹੈ। ਫਜ਼ੂਲ ਰਸਮੋ ਰਿਵਾਜ, ਵਿਖਾਵਾ, ਨਸ਼ੇ, ਨੰਗੇਜ਼, ਜੁਰਮ, ਲੱਚਰਤਾਈਆਂ ਸਾਡੇ ਜੜ੍ਹੀਂ ਬੈਠ ਗਏ ਨੇ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚੋਂ ਗਿਆਨ ਵਿਗਿਆਨ ਦੀ ਥਾਂ ਆਪ ਖੁਦਰਾਪਨ, ਅੰਧ ਵਿਸ਼ਵਾਸ, ਹਵਸ, ਹਿਰਸ ਤੇ ਨਿਜਵਾਦ ਲੱਭ ਰਿਹਾ ਹੈ। ਧਰਮ ਕਰਮ ਨੇ ਅਡੰਬਰੀ, ਜਨੂਨੀ, ਫਿਰਕੂ ਤੇ ਹਿੰਸਕ ਰੂਪ ਵਟਾ ਲਿਆ ਹੈ। ਵਾਤਾਵਰਨ ਦੀ ਤਬਾਹੀ, ਖੇਡਾਂ ਦੀ ਜਗ੍ਹਾ ਹੈਂਕੜ, ਹਉਮੈ, ਨਸ਼ੇ ਤੇ ਹਿੰਸਾ ਦੀਆਂ ਪ੍ਰਵਿਰਤੀਆਂ ਫੈਲ ਰਹੀਆਂ ਹਨ। ਰੱਬ ਖੈਰ ਕਰੇ। ਸੂਬੇਦਾਰ ਜੀ ਨੇ ਆਪਣੀ ਇਸ ਕਿਤਾਬ ਰਾਹੀਂ ਸਾਨੂੰ ਸਾਡਾ ਅਤੀਤ ਝਾਤ ਕਰਵਾ ਕੇ ਜੜ੍ਹਾਂ ਨਾਲ ਜੁੜਨ ਦੇ ਇਸ਼ਾਰੇ ਕਰਕੇ ਅੱਗੇ ਵਧਣ ਦਾ ਰਾਹ ਵਿਖਾਇਆ ਹੈ। ਉਮੀਦ ਕਰਨੀ ਬਣਦੀ ਹੈ ਕਿ ਪੰਜਾਬੀ ਭਾਈਚਾਰੇ ਦੇ ਸਿਆਣੇ ਸੂਝਵਾਨ ਸੱਜਣ ਇਸ ਲਿਖਤ ਤੋਂ ਸੇਧ ਲੈ ਕੇ ਆਪਣਾ ਅੱਗਾ ਸੰਵਾਰਨ ਵੱਲ ਗੌਰ ਕਰਨਗੇ। ਮੈਂ ਸੂਬੇਦਾਰ ਜੀ ਦਾ ਅਤਿਅੰਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਵਡੇਰੀ ਉਮਰ ਤੇ ਡਿੱਗਦੀ ਸਿਹਤ ਦੇ ਬਾਵਜੂਦ ਬੜੀ ਹਿੰਮਤ, ਮਿਹਨਤ ਤੇ ਦਿਆਨਤਦਾਰੀ ਨਾਲ ਸਾਨੂੰ ਸਹੀ ਰਾਹ ਦੀ ਦੱਸ ਪਾਈ ਹੈ। ਮੈਂ ਇਹਨਾਂ ਦੀ ਤੰਦਰੁਸਤੀ ਤੇ ਲੰਮੀ ਉਮਰ ਲਈ ਸ਼ੁਭ ਕਾਮਨਾਵਾਂ ਭੇਟ ਕਰਦਾ ਹਾਂ। ਪਰਿਵਾਰ ਦੇ ਸਾਰੇ ਜੀਆਂ ਦਾ ਹਾਰਦਿਕ ਧੰਨਵਾਦ। ਪੰਜਾਬੀ ਭਾਈਚਾਰੇ ਨੂੰ ਸਨੇਮਰ ਅਰਜ਼ੋਈ ਹੈ ਕਿ ਉਹ ਜੇ ਕਿਤੋਂ ਵੀ ਇਹ ਕਿਤਾਬ ਮਿਲੇ ਤਾਂ ਜ਼ਰੂਰ ਪੜ੍ਹੇ ਜਾਂ ਇਸ ਕਿਤਾਬ ਨੂੰ ਇਸ ਆਡੀਓ ਰੂਪ ਵਿੱਚ ਸੁਣੇ। ਇਸ ਕਿਤਾਬ ਬਾਰੇ ਲੇਖਕ ਦਾ ਕਹਿਣਾ ਹੈ ਕਿ ਦੋਸਤਾਂ ਮਿੱਤਰਾਂ ਵੱਲੋਂ ਜਦ ਸਾਡੇ ਅਲੋਪ ਹੋ ਰਹੇ ਸੱਭਿਆਚਾਰ ਸੰਬੰਧੀ ਪੁਸਤਕ ਲਿਖਣ ਦਾ ਸੁਝਾਅ ਦਿੱਤਾ ਗਿਆ ਤਾਂ ਉਸ ਸਮੇਂ ਤੱਕ ਮੈਂ ਸੱਭਿਆਚਾਰ ਸ਼ਬਦ ਬਾਰੇ ਸਿਰਫ ਇਹੀ ਜਾਣਦਾ ਸੀ ਕਿ ਇਹ ਸਿਰਫ ਗੀਤਾਂ ਨੂੰ ਗਾਉਣ, ਕੁੜੀਆਂ ਦੇ ਨੱਚਣ, ਗਿੱਧਾ, ਕਿਕਲੀ, ਜਾਗੋ ਅਤੇ ਮੁੰਡਿਆਂ ਦੇ ਭੰਗੜਾ ਪਾਉਣ ਬਾਰੇ ਹੀ ਵਰਤਿਆ ਜਾਣ ਵਾਲਾ ਸ਼ਬਦ ਹੈ। ਆਪਣੀ ਜਾਣਕਾਰੀ ਨੂੰ ਹੋਰ ਵਧਾਉਣ ਦੇ ਖਿਆਲ ਨਾਲ ਮੈਂ ਸਵਰਨ ਸਿੰਘ ਭੰਗੂ ਨੂੰ ਫੋਨ ਕਰਕੇ ਬੇਨਤੀ ਕੀਤੀ ਕਿ ਉਹ ਚਾਰ ਰਲਦੇ ਮਿਲਦੇ ਸ਼ਬਦਾਂ ਜਿਵੇਂ ਸੱਭਿਆ, ਸੱਭਿਅਕ, ਸੱਭਿਅਤਾ ਤੇ ਸੱਭਿਆਚਾਰ ਬਾਰੇ ਪਰਿਭਾਸ਼ਾ ਲਿਖਤੀ ਰੂਪ ਵਿੱਚ ਭੇਜਣ। ਤਦ ਉਹਨਾਂ ਨੇ ਮੇਰੀ ਬੇਨਤੀ ਪ੍ਰਵਾਨ ਕਰਕੇ ਇੱਕ ਚਿੱਠੀ ਵਿੱਚ ਚਾਰ ਪਰਿਭਾਸ਼ਾਵਾਂ ਭੇਜ ਦਿੱਤੀਆਂ। ਉਸ ਤੋਂ ਬਗੈਰ ਡਾਕਟਰ ਅਮਰ ਕੋਮਲ, ਸਵਰਗੀ ਡਾਕਟਰ ਗੁਰਮੁਖ ਸਿੰਘ ਵੀ ਇਹਨਾਂ ਸ਼ਬਦਾਂ ਬਾਰੇ ਜਾਣਕਾਰੀ ਫੋਨ ਰਾਹੀਂ ਸਮੇਂ-ਸਮੇਂ ਦਿੰਦੇ ਰਹੇ ਸਨ, ਜਿਸ ਕਰਕੇ ਇਸ ਸੰਵੇਦਨਸ਼ੀਲ ਵਿਸ਼ੇ ਉੱਪਰ ਕਿਤਾਬ ਲਿਖਣੀ ਜਿੰਨੀ ਮੈਂ ਮੁਸ਼ਕਲ ਸਮਝਦਾ ਸੀ, ਓਨੀ ਹੀ ਮੇਰੀ ਮੁਸ਼ਕਲ ਹੱਲ ਹੁੰਦੀ ਜਾਂਦੀ ਸੀ। ਕੋਈ ਵੀ ਮਨੁੱਖ ਜਿੰਨਾ ਸਮਾਂ ਆਪਣੇ ਤੁਰਨ ਵਾਲੇ ਰਾਹ ਨੂੰ ਨਹੀਂ ਫੜਦਾ, ਉਨਾ ਚਿਰ ਉਸਦੇ ਦਿਲ ਵਿੱਚ ਘਬਰਾਹਟ ਹੀ ਰਹਿੰਦੀ ਹੈ, ਜੋ ਤੁਰਨ ਪਿੱਛੋਂ ਹੀ ਹੌਲੀ-ਹੌਲੀ ਦੂਰ ਹੁੰਦੀ ਜਾਵੇਗੀ। ਬੈਠੇ ਰਹਿਣ ਨਾਲ ਕੋਈ ਵੀ ਮਸਲਾ ਹੱਲ ਨਹੀਂ ਹੋ ਸਕਦਾ। ਇਸ ਕਰਕੇ ਹਰ ਇਨਸਾਨ ਦਾ ਫਰਜ਼ ਬਣਦਾ ਹੈ ਕਿ ਕਿਸੇ ਵੀ ਫਲ ਦੀ ਝਾਕ ਰੱਖਣ ਤੋਂ ਬਗੈਰ ਮਿਹਨਤ ਕਰਨਾ। ਪਰਮਾਤਮਾ ਉਸ ਨੂੰ ਮਿਹਨਤ ਦਾ ਬਣਦਾ ਫਲ ਜ਼ਰੂਰ ਦਿੰਦਾ ਹੈ। ਜਦੋਂ ਮਨੁੱਖ ਮਿਹਨਤ ਕਰਕੇ ਰਾਹ ਨੂੰ ਫੜ ਲੈਂਦਾ ਹੈ, ਤਦ ਮੰਜ਼ਿਲ ਤੱਕ ਪਹੁੰਚਣ ਵਾਸਤੇ ਅਗਲਾ ਰਾਹ ਖੁਦ ਬਖੁਦ ਆਪਣੇ ਆਪ ਨਜ਼ਰ ਆਉਣ ਲੱਗ ਪੈਂਦਾ ਹੈ, ਜੋ ਉਸ ਨੂੰ ਪੜਾਅਵਾਰ ਮੰਜ਼ਿਲ ਤੱਕ ਪਹੁੰਚਾ ਹੀ ਦਿੰਦਾ ਹੈ। ਬਸ ਇਹੀ ਕੁਝ ਇਸ ਕਿਤਾਬ ਨੂੰ ਲਿਖਣ ਤੱਕ ਮੈਂ ਦੇਖਦਾ ਰਿਹਾ ਹਾਂ। ਕਿਤਾਬ ਲਿਖਣੀ ਸ਼ੁਰੂ ਕਰਨ ਵੇਲੇ ਮੈਂ ਸੋਚਦਾ ਸਾਂ ਕਿ ਇਸ ਕਿਤਾਬ ਦੇ ਅਧਿਆਇ ਕਿੰਨੇ ਤੇ ਕਿਹੜੇ-ਕਿਹੜੇ ਹੋ ਸਕਦੇ ਨੇ। ਤਦ ਮੈਂ ਮਨੁੱਖ ਦੀਆਂ ਮੁੱਖ ਲੋੜਾਂ ਨੂੰ ਅੱਗੇ ਰੱਖ ਕੇ ਸੱਭਿਆਚਾਰ ਦੀ ਉਤਪਤੀ ਬਾਰੇ ਵਿਚਾਰ ਕੀਤੀ ਤੇ ਕਿਤਾਬ ਲਿਖਣੀ ਸ਼ੁਰੂ ਕੀਤੀ। ਉਸ ਉਪਰੰਤ ਮਨੁੱਖ ਦੀਆਂ ਅਗਲੀਆਂ ਜ਼ਰੂਰੀ ਲੋੜਾਂ ਪ੍ਰਤੀ ਸੋਚਿਆ, ਜਿਵੇਂ ਰੋਟੀ, ਕੱਪੜਾ ਤੇ ਮਕਾਨ ਨੂੰ ਧਿਆਨ ਵਿੱਚ ਰੱਖਿਆ। ਉਸ ਤੋਂ ਮਗਰੋਂ ਮਨੁੱਖੀ ਜ਼ਿੰਦਗੀ ਦੀਆਂ ਰਸਮਾਂ, ਸਮਾਜਿਕ ਸਾਧਨਾਂ, ਰਲਿਆ ਮਿਲਿਆ ਸੱਭਿਆਚਾਰ, ਖੇਡ ਸੱਭਿਆਚਾਰ ਤੇ ਬਦਲ ਗਈ ਸਾਡੇ ਸਮਾਜ ਤੇ ਪਿੰਡਾਂ ਦੀ ਨੁਹਾਰ ਤੇ ਅੰਧ ਵਿਸ਼ਵਾਸ ਸਮੇਤ 10 ਅਧਿਆਇ ਲਿਖ ਕੇ ਕਿਤਾਬ ਪੂਰੀ ਲਿਖ ਦਿੱਤੀ। ਇਸ ਧਰਤੀ ਦੇ ਹੋਂਦ ਵਿੱਚ ਆਉਣ ਤੋਂ ਮਗਰੋਂ ਜਦੋਂ ਇਸ ਉੱਪਰ ਮਨੁੱਖੀ ਜੋਤ ਜਗਣੀ ਸ਼ੁਰੂ ਹੋਈ ਹੋਵੇਗੀ, ਉਸ ਤੋਂ ਜਲਦੀ ਹੀ ਮਗਰੋਂ ਸੱਭਿਆਚਾਰ ਦਾ ਉਪਜਣਾ ਪ੍ਰਫੁੱਲਤ ਹੋਣਾ ਵੀ ਸ਼ੁਰੂ ਹੋ ਗਿਆ ਹੋਵੇਗਾ। ਜਦੋਂ ਮਨੁੱਖ ਹੋਰ ਸੱਭਿਅਕ ਹੋ ਗਿਆ ਹੋਵੇਗਾ, ਤਦ ਨਵੇਂ ਤੋਂ ਨਵਾਂ ਸੱਭਿਆਚਾਰ ਹੋਂਦ ਵਿੱਚ ਆਉਂਦਾ ਗਿਆ ਹੋਵੇਗਾ ਤੇ ਪਹਿਲਾ ਪੁਰਾਣਾ ਹੋ ਚੁੱਕਾ ਹੋਣ ਕਰਕੇ ਬਦਲ ਕੇ ਵਿਰਸਾ ਬਣ ਕੇ ਅਲੋਪ ਹੁੰਦਾ ਗਿਆ ਹੋਵੇਗਾ। ਉਸ ਦਾ ਕਾਰਨ ਪਹਿਲਾ ਸੱਭਿਆਚਾਰ ਸਮੇਂ ਦੇ ਹਾਣ ਦਾ ਨਾ ਹੋਣਾ ਹੋਵੇਗਾ, ਕਿਉਂਕਿ ਸੱਭਿਆਚਾਰ ਉਹੀ ਪਹਿਲਾ ਪਰ ਸਮਾਂ ਹੁਣ ਅੱਗੇ ਨਿਕਲ ਜਾਂਦਾ ਹੈ, ਜਿਸ ਕਰਕੇ ਉਦੋਂ ਤੋਂ ਲੈ ਕੇ ਹੁਣ ਤੱਕ ਲੱਖਾਂ ਟਨ ਕਾਗਜ਼ ਉੱਪਰ ਲਿਖੀ ਜਾਣ ਵਾਲੀ ਉਸ ਸੱਭਿਆਚਾਰ ਦੀ ਜਾਣਕਾਰੀ ਵੀ ਉਸ ਸੱਭਿਆਚਾਰ ਦੇ ਨਾਲ ਹੀ ਗੁਆਚ ਚੁੱਕੀ ਹੈ। ਜੇ ਅਸੀਂ ਗੁਆਚੇ ਸੱਭਿਆਚਾਰ ਨੂੰ ਵਿਰਸੇ ਦੇ ਰੂਪ ਵਿੱਚ ਸੰਭਾਲ ਕੇ ਨਹੀਂ ਰੱਖ ਸਕਦੇ, ਤਾਂ ਉਸ ਦੀ ਜਾਣਕਾਰੀ ਨੂੰ ਤਾਂ ਅਗਲੀਆਂ ਪੀੜ੍ਹੀਆਂ ਵਾਸਤੇ ਲਿਖ ਕੇ ਸੰਭਾਲ ਹੀ ਸਕਦੇ ਹਾਂ। ਬਸ ਇਸੇ ਹੀ ਮਕਸਦ ਵਾਸਤੇ ਇਹ ਕਿਤਾਬ ਲਿਖੀ ਗਈ। ਹੋ ਸਕਦਾ ਹੈ ਇਸੇ ਹੀ ਮਕਸਦ ਵਾਲੀਆਂ ਹੋਰ ਕਿਤਾਬਾਂ ਵੀ ਪਹਿਲਾਂ ਲਿਖੀਆਂ ਗਈਆਂ ਹੋਣਗੀਆਂ,
ਪੁਰਾਤਨ ਸਮੇਂ ਤੋਂ ਜਾਂ ਹੁਣ ਵੀ ਜਦੋਂ ਸੱਭਿਅਕ ਸਮਾਜ ਦੇ ਵਿਗਿਆਨੀ ਪੁਰਾਣੇ ਚੱਲ ਰਹੇ ਸੱਭਿਆਚਾਰ ਨੂੰ ਨਾਪਸੰਦ ਕਰਕੇ ਨਵੇਂ ਨੂੰ ਲਿਆਉਣ ਦੇ ਸਮਰੱਥ ਹੋ ਜਾਂਦੇ ਹੋਣਗੇ ਤਾਂ ਨਵਾਂ ਆਇਆ ਸੱਭਿਆਚਾਰ ਵਿਗਿਆਨ ਤੇ ਪੁਰਾਣਾ ਹੋ ਚੁੱਕਾ ਸੱਭਿਆਚਾਰ ਗਿਆਨ ਅਖਵਾਉਣ ਲੱਗ ਪੈਂਦਾ ਹੋਵੇਗਾ, ਜੋ ਪਹਿਲੋਂ ਉਹ ਵੀ ਵਿਗਿਆਨ ਅਖਵਾ ਚੁੱਕਿਆ ਸੀ। ਇਸ ਕਿਤਾਬ ਵਿੱਚ ਸਿਰਫ ਅਲੋਪ ਹੋਏ ਸੱਭਿਆਚਾਰ ਦੀ ਜਾਣਕਾਰੀ ਬਾਰੇ ਹੀ ਲਿਖਿਆ ਗਿਆ। ਇਸੇ ਲਈ ਅਸੀਂ ਇਸ ਦਾ ਨਾਂ ਨਹੀਂ ਲੱਭਣੇ ਰੰਗ ਵਾਚੇ ਰੱਖਿਆ ਹੈ। ਉਮੀਦ ਹੈ ਪੰਜਾਬੀ ਪਾਠਕ ਇਸ ਪੁਸਤਕ ਨੂੰ ਆਪਣੇ ਸੱਭਿਆਚਾਰਕ ਵਿਰਸੇ ਦੀ ਪੁਨਰ ਜਾਣਕਾਰੀ ਦੇਣ ਲਈ ਪੁਸਤਕ ਸਮਝ ਕੇ ਪਸੰਦ ਕਰਨਗੇ।